ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਸਾਰੇ ਦਰਸ਼ਕਾਂ ਦਾ ਖਬਰਾਂ ਦੇ ਬੁਲੇਟਿਨ ਵਿੱਚ ਸਵਾਗਤ ਹੈ। ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਅੱਜ ਤੋਂ ਕੈਨੇਡਾ ਵਿੱਚ ਆਉਣ ਲਈ ਕੋ-ਪੀਆਰ ਵਾਲਿਆਂ ਨੂੰ ਦੇ ਦਿੱਤੀ ਗਈ ਹੈ ਇਜਾਜ਼ਤ। ਜਿਨ੍ਹਾਂ ਦੀ ਕੋ-ਪੀਆਰ ਐਕਸਪਾਇਰ ਹੋ ਗਈ ਹੈ ਉਹਨਾਂ ਲਈ ਵੀ ਇਹ ਜਾਣਕਾਰੀ। ਕੈਨੇਡਾ ਦੀ ਨਾਗਰਿਕਤਾ ਲਈ ਸਹੁੰ ਚੁੱਕੀ ਜਾਂਦੀ ਹੈ, ਜੋ ਉਸ ਦੇ ਵਿੱਚ ਮੂਲ ਨਿਵਾਸੀਆਂ ਬਾਰੇ ਜਾਣਕਾਰੀ ਲਾਗੂ ਕਰ ਦਿੱਤੀ ਗਈ ਹੈ। ਕੈਨੇਡਾ ਵਿੱਚ ਟਰੈਵਲ ਕਰਨ ਦੇ ਲਈ ਜਿਨ੍ਹਾਂ ਨੂੰ ਹੈ ਇਜਾਜ਼ਤ, ਉਹ ਪੂਰੀ ਤਰ੍ਹਾਂ ਕੋਵਿਡ-19 ਦੇ ਟੀਕੇ ਲਗਵਾ ਚੁੱਕੇ ਹੋਣ ਤੇ ਜੁਲਾਈ 5 ਤੋਂ ਲੈ ਸਕਦੇ ਨੇ ਹੋਟਲ ਕੁਆਰੰਟਾਈਨ ਤੇ ਕੁਝ ਹੋਰ ਹਦਾਇਤਾਂ ਤੋਂ ਛੋਟ। ਇਸ ਦੇ ਬਾਰੇ ਵਿਸਥਾਰ ਵਿੱਚ ਦਵਾਂਗੇ ਜਾਣਕਾਰੀ। ਉੱਤਰੀ ਮੌਂਟਰੀਅਲ ਵਿੱਚ ਅੱਜ ਭਿਆਨਕ ਤੂਫਾਨ, ਜਿਸ ਕਰਕੇ ਇੱਕ ਮੌਤ ਹੋ ਗਈ ਹੈ ਤੇ 2 ਜ਼ਖਮੀ ਹੋਏ ਨੇ। ਮੂਲ ਨਿਵਾਸੀਆਂ ਦੇ ਬੱਚਿਆਂ ਬਾਰੇ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਜਾਂਚ ਦੇ ਲਈ ਮੈਨੀਟੋਬਾ ਨੇ $2.5 ਮਿਲੀਅਨ ਤੱਕ ਦੇ ਫੰਡ ਦਾ ਕੀਤਾ ਐਲਾਨ। ਅੱਜ ਕੌਮੀ ਪੱਧਰ ਦੇ ਉੱਤੇ ਮਨਾਇਆ ਗਿਆ ਮੂਲ ਨਿਵਾਸੀਆਂ ਨੂੰ ਸਮਰਪਿਤ ਦਿਨ। ਜਗਮੀਤ ਸਿੰਘ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਕਈਆਂ ਵੱਲੋਂ ਖਾਸ ਸੰਦੇਸ਼। ਇਸ ਦੇ ਨਾਲ ਹੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਜਿਨ੍ਹਾਂ ਨੂੰ ਕੋ-ਪੀਆਰ ਆਈ ਹੋਈ ਹੈ, ਕੋ-ਪੀਆਰ ਹੋਲਡਰ ਨੇ ਜਿਹੜੇ ਤੇ ਕੈਨੇਡਾ ਤੋਂ ਬਾਹਰਲੇ ਮੁਲਕਾਂ ਦੇ ਵਿੱਚ ਇਸ ਸਮੇਂ ਮੌਜੂਦ ਨੇ, ਉਹਨਾਂ ਨੂੰ ਅੱਜ ਤੋਂ ਹੀ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਤੇ ਕੈਨੇਡਾ ਸਰਕਾਰ ਦੇ ਵੱਲੋਂ ਇਜਾਜ਼ਤ ਦੇ ਦਿੱਤੀ ਗਈ ਹੈ ਕਿ ਉਹ ਕੈਨੇਡਾ ਦੇ ਵਿੱਚ ਹੁਣ ਆ ਸਕਦੇ ਨੇ। ਖਾਸ ਤੌਰ ਦੇ ਉੱਤੇ ਮਾਰਚ 18 2020 ਤੋਂ ਬਾਅਦ ਜਿਨ੍ਹਾਂ ਨੂੰ ਕੋ-ਪੀਆਰ ਆਈ ਹੋਈ ਸੀ ਉਹਨਾਂ ਨੂੰ ਫਿਲਹਾਲ ਤੱਕ ਇਜਾਜ਼ਤ ਨਹੀਂ ਸੀ ਕਿ ਉਹ ਕੈਨੇਡਾ ਵਿੱਚ ਆ ਸਕਦੇ, ਕਿਉਂਕਿ ਜੋ ਪੀਆਰ ਕਾਰਡ ਹੈ ਉਹਨਾਂ ਨੂੰ ਕੈਨੇਡਾ ਵਿੱਚ ਆ ਕੇ ਮਿਲਣਾ ਹੁੰਦਾ ਹੈ ਤੇ ਪਹਿਲਾਂ ਅਪਰੂਵਲ ਆਉਂਦਾ ਹੈ ਕਿ ਉਹ ਕੈਨੇਡਾ ਦੇ ਜੋ ਪੀਆਰ ਲਾਈ ਹੋਈ ਸੀ ਉਹਨਾਂ ਨੇ ਉਸ ਦੇ ਵਿੱਚ ਅਪਰੂਵਲ ਉਹਨਾਂ ਨੂੰ ਮਿਲ ਗਿਆ ਹੈ ਕਿ ਉਹ ਪੱਕੇ ਹੋ ਗਏ ਨੇ। ਪਰ ਬਾਕੀ ਜੋ ਪੀਆਰ ਕਾਰਡ ਮਿਲਣਾ ਤੇ ਅੱਗੇ ਦੀਆਂ ਜੋ ਸਰਵਿਸਿਜ਼ ਨੇ ਉਹ ਕੈਨੇਡਾ ਦੇ ਵਿੱਚ ਆ ਕੇ ਹੀ ਹੁੰਦੀਆਂ ਨੇ। ਤਾਂ ਉਸ ਕੋ-ਪੀਆਰ ਲੈਟਰ ਜਿਨ੍ਹਾਂ ਦਾ ਉਹ ਐਕਸਪਾਇਰ ਵੀ ਹੋ ਚੁੱਕਿਆ ਹੋਵੇ ਤਾਂ ਉਹ ਦੁਬਾਰਾ ਉਸ ਵਾਸਤੇ ਅਪਲਾਈ ਕਰ ਸਕਦੇ ਨੇ, ਕਿਉਂਕਿ ਆਮ ਤੌਰ ਦੇ ਉੱਤੇ ਤਾਂ ਅਜਿਹਾ ਹੁੰਦਾ ਹੈ ਕਿ ਜੇਕਰ ਕੋ-ਪੀਆਰ ਲੈਟਰ ਐਕਸਪਾਇਰ ਹੋ ਗਿਆ ਹੋਵੇ ਤਾਂ ਮੁੜ ਤੋਂ ਪੀਆਰ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਪਰ ਅਜਿਹੇ ਵਿੱਚ ਜੋ ਮਹਾਮਾਰੀ ਦੇ ਕਰਕੇ ਪ੍ਰਭਾਵ ਪਿਆ ਉਸ ਦੇ ਵਿੱਚ ਜਿਨ੍ਹਾਂ ਦੇ ਐਕਸਪਾਇਰ ਹੋਏ ਨੇ ਕੋ-ਪੀਆਰ ਲੈਟਰ ਨੇ ਜਿਹੜੇ, ਉਹਨਾਂ ਨੂੰ ਕੁਝ ਅਜਿਹਾ ਨਹੀਂ ਕਰਨਾ ਪਵੇਗਾ। ਉਹ ਸਿਰਫ ਦੁਬਾਰਾ ਤੋਂ ਕੋ-ਪੀਆਰ ਲੈਟਰ ਦੇ ਵਾਸਤੇ ਜੋ ਬੇਨਤੀ ਕਰ ਸਕਦੇ ਨੇ ਤੇ ਉਹਨਾਂ ਨੂੰ ਮਿਲ ਜਾਵੇਗਾ। ਤੇ ਕੈਨੇਡਾ ਵਿੱਚ ਅੱਜ ਤੋਂ ਹੀ ਇਜਾਜ਼ਤ ਦੇ ਦਿੱਤੀ ਗਈ ਹੈ ਕਿ ਉਹ ਆ ਸਕਦੇ ਨੇ ਤੇ ਉਹਨਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਜਿੰਨੇ ਵੀ ਕੋਵਿਡ-19 ਨਾਲ ਸੰਬੰਧਿਤ ਹਦਾਇਤਾਂ ਨੇ ਟਰੈਵਲ ਨੂੰ ਲੈ ਕੇ ਉਹ ਜ਼ਰੂਰ ਲਾਗੂ ਹੋਣਗੀਆਂ ਤੇ ਉਹਨਾਂ ਦਾ ਧਿਆਨ ਰੱਖਦੇ ਹੋਏ ਕੈਨੇਡਾ ਦੇ ਵਿੱਚੋਂ ਦਾਖਲ ਹੋ ਸਕਦੇ ਨੇ। ਤੇ ਇਸ ਨਾਲ ਹੀ ਅਗਲੀ ਖਬਰ ਜੋ ਕੈਨੇਡਾ ਸਰਕਾਰ ਦੇ ਵੱਲੋਂ ਟਰੈਵਲ ਨੂੰ ਲੈ ਕੇ ਐਲਾਨ ਕੀਤਾ ਗਿਆ ਹੈ, ਉਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਇੱਕ ਜਾਣਕਾਰੀ ਤਾਂ ਇਹ ਹੈ ਕਿ ਭਾਰਤ ਤੋਂ ਜਿਹੜੀਆਂ ਫਲਾਈਟਾਂ ਆ ਰਹੀਆਂ ਨੇ ਉਹਨਾਂ ਨੂੰ ਇੱਕ ਹੋਰ ਮਹੀਨੇ ਦੇ ਵਾਸਤੇ ਬੈਨ ਕਰ ਦਿੱਤਾ ਗਿਆ ਹੈ ਕਿ 21 ਜੁਲਾਈ ਤੱਕ ਫਿਲਹਾਲ ਭਾਰਤ ਤੋਂ ਸਿੱਧੀਆਂ ਫਲਾਈਟਸ ਨਹੀਂ ਆ ਸਕਦੀਆਂ। ਪਰ ਨਾਲ ਹੀ 5 ਜੁਲਾਈ ਤੋਂ ਟਰੈਵਲ ਨੂੰ ਲੈ ਕੇ ਜਿਹੜੀ ਛੋਟ ਹੈ ਉਹ ਤਾਂ ਨਹੀਂ ਦਿੱਤੀ ਗਈ। ਦਰਅਸਲ ਜਿਹੜਾ ਇਹ ਐਲਾਨ ਕੀਤਾ ਗਿਆ ਹੈ ਉਹ ਇਹ ਹੈ ਕਿ ਕੋਵਿਡ-19 ਦੀਆਂ ਜਿਹੜੀਆਂ ਹਦਾਇਤਾਂ ਲੱਗੀਆਂ ਹੋਈਆਂ ਨੇ, ਜਿਵੇਂ ਕਿ ਹੋਟਲ ਕੁਆਰੰਟਾਈਨ ਕਰਨਾ, ਫਿਰ ਆ ਕੇ ਪੂਰੇ 14 ਦਿਨ ਦਾ ਸਮਾਂ ਪੂਰਾ ਕਰਨਾ ਕੁਆਰੰਟਾਈਨ ਦੇ ਵਿੱਚ ਤੇ 8ਵੇਂ ਦਿਨ ਕੋਵਿਡ-19 ਦਾ ਟੈਸਟ ਕਰਨਾ ਹੁੰਦਾ ਸੀ, ਤੇ ਉਹ ਹੁਣ ਵੀ ਹਜੇ ਲਾਗੂ ਹੈ। ਪਰ 5 ਜੁਲਾਈ ਤੋਂ ਇਹ ਉਹਨਾਂ ਦੇ ਉੱਤੇ ਲਾਗੂ ਨਹੀਂ ਹੋਵੇਗਾ ਜਿਹੜੇ ਕਿ ਫੁੱਲੀ ਵੈਕਸੀਨੇਟਡ ਹੋਣਗੇ, ਯਾਨੀ ਕਿ ਜਿਨ੍ਹਾਂ ਦੇ ਸਾਰੇ ਟੀਕੇ ਲੱਗੇ ਹੋਏ ਹੋਣਗੇ। ਜੇਕਰ ਤੁਸੀਂ ਕੈਨੇਡਾ ਸਰਕਾਰ ਦੀ ਵੈਬਸਾਈਟ ਦੇ ਉੱਤੇ ਵੀ ਜਾ ਕੇ ਜੋ ਅੱਜ ਤਾਜ਼ਾ ਜਾਣਕਾਰੀ ਦਿੱਤੀ ਗਈ ਹੈ ਉਹ ਦੇਖੋ ਤਾਂ ਉਸ ਦੇ ਵਿੱਚ ਇਹ ਨਹੀਂ ਲਿਖਿਆ ਹੋਇਆ ਕਿ ਇਹ ਜਿਹੜੇ ਕੈਨੇਡੀਅਨ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਨੇ ਸਿਰਫ ਉਹਨਾਂ ਦੇ ਵਾਸਤੇ, ਸਗੋਂ ਉੱਥੇ ਇਹ ਲਿਖਿਆ ਹੋਇਆ ਹੈ ਕਿ ਜਿਨ੍ਹਾਂ ਨੂੰ ਵੀ ਕੈਨੇਡਾ ਦੇ ਵਿੱਚ ਆਉਣ ਦੀ ਇਸ ਸਮੇਂ ਇਜਾਜ਼ਤ ਹੈ। ਤਾਂ ਇਸ ਸਮੇਂ ਕੈਨੇਡਾ ਵਿੱਚ ਆਉਣ ਦੀ ਇਜਾਜ਼ਤ ਉਹਨਾਂ ਸਾਰਿਆਂ ਨੂੰ ਹੈ ਜਿਹੜੇ ਕਿ ਵਰਕ ਪਰਮਿਟ ਵਾਲੇ ਵੀ ਨੇ ਤੇ ਜਿਹੜੇ ਕਿ ਪੀਆਰ ਕੈਨੇਡਾ ਵਿੱਚ ਮੌਜੂਦ ਨੇ, ਉਹਨਾਂ ਦੇ ਮਾਪੇ ਜਾਂ ਫਿਰ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਜਾਂ ਫਿਰ ਜਿਹੜੇ ਕੈਨੇਡੀਅਨ ਨਾਗਰਿਕ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਇੰਟਰਨੈਸ਼ਨਲ ਸਟੂਡੈਂਟ ਵੀ ਉਹਨਾਂ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਨੂੰ ਇਸ ਸਮੇਂ ਕੈਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਹੈ। ਤਾਂ ਫਿਰ ਜਿਹੜੀ ਇਹ 5 ਜੁਲਾਈ ਤੋਂ ਛੋਟ ਮਿਲਣੀ ਹੈ ਉਸ ਦੇ ਵਿੱਚ ਕੈਨੇਡਾ ਸਰਕਾਰ ਨੇ ਜਾਣਕਾਰੀ ਲਿਖੀ ਹੈ ਕਿ ਉਹਨਾਂ ਨੂੰ ਇਹ ਛੋਟ ਮਿਲੇਗੀ ਜਿਹੜੇ ਕਿ ਫੁੱਲੀ ਵੈਕਸੀਨੇਟਡ ਹੋਣਗੇ ਤੇ ਨਾਲ ਹੀ ਜਿਨ੍ਹਾਂ ਨੂੰ ਇਸ ਸਮੇਂ ਕੈਨੇਡਾ ਦੇ ਵਿੱਚ ਆਉਣ ਦੀ ਇਜਾਜ਼ਤ ਹੈ। ਤੇ ਇਸ ਦੇ ਬਾਰੇ ਵਿਸਥਾਰ ਦੇ ਵਿੱਚ ਕੁਝ ਹੋਰ ਦਿਨਾਂ ਦੇ ਵਿੱਚ ਕੈਨੇਡਾ ਸਰਕਾਰ ਦੇ ਵੱਲੋਂ ਜਾਣਕਾਰੀ ਜਾਰੀ ਕੀਤੀ ਜਾਵੇਗੀ, ਉਹ ਵੀ ਅਸੀਂ ਤੁਹਾਨੂੰ ਦੱਸਾਂਗੇ। ਤਾਂ ਕੁਝ ਇਸ ਤਰ੍ਹਾਂ ਇਹ ਅਪਡੇਟ ਹੈ ਜੋ ਕੈਨੇਡਾ ਸਰਕਾਰ ਦੇ ਵੱਲੋਂ ਤਾਜ਼ਾ ਅੱਜ ਦਿੱਤੀ ਗਈ ਹੈ। ਤੇ ਇਸ ਦੇ ਨਾਲ ਹੀ ਜਿਵੇਂ ਕਿ ਭਾਰਤ ਤੋਂ ਤਾਂ ਫਲਾਈਟਾਂ ਫਿਲਹਾਲ 21 ਜੁਲਾਈ ਤੱਕ ਬੰਦ ਰਹਿਣਗੀਆਂ, ਪਰ ਫਿਰ ਜਿਹੜੇ ਹੋਰ ਮੁਲਕਾਂ ਤੋਂ ਆ ਰਹੇ ਨੇ ਜਾਂ ਫਿਰ ਭਾਰਤ ਤੋਂ ਕਿਸੇ ਹੋਰ ਯਾਨੀ ਕਿ ਤੀਜੇ ਮੁਲਕ ਦੇ ਜ਼ਰੀਏ ਹੋ ਕੇ ਕੈਨੇਡਾ ਵਿੱਚ ਆਉਣਗੇ, ਉਹਨਾਂ ਦੇ ਵਾਸਤੇ ਇਹ ਛੋਟ ਹੋਵੇਗੀ ਕਿ ਫੁੱਲੀ ਵੈਕਸੀਨੇਟਡ ਨੇ ਜੇਕਰ, ਤਾਂ 5 ਜੁਲਾਈ ਤੋਂ ਉਹਨਾਂ ਨੂੰ ਹੋਟਲ ਕੁਆਰੰਟਾਈਨ ਦੀ ਲੋੜ ਨਹੀਂ ਪਵੇਗੀ। ਤੇ ਨਾਲ ਹੀ ਹੋਰ ਜਿਹੜੀ ਛੋਟ ਦਾ ਐਲਾਨ ਦਿੱਤਾ ਗਿਆ ਹੈ ਉਸ ਦੇ ਵਿੱਚ ਉਹ ਉਹਨਾਂ ਦੇ ਉੱਤੇ ਵੀ ਲਾਗੂ ਹੋਵੇਗੀ। ਇਸ ਨਾਲ ਹੀ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਜਿਵੇਂ ਕਿ ਕੈਨੇਡਾ ਵਿੱਚ ਮੂਲ ਨਿਵਾਸੀਆਂ ਨੂੰ ਸਮਰਪਿਤ ਕੌਮੀ ਪੱਧਰ ਦਾ ਦਿਹਾੜਾ ਸੀ ਜੋ ਮਨਾਇਆ ਗਿਆ ਤੇ ਇਸ ਮੌਕੇ
ਜੋ ਕੈਨੇਡਾ ਦੇ ਨਾਗਰਿਕ ਬਣਨ ਦੇ ਵਾਸਤੇ ਸਹੁੰ ਚੁੱਕੀ ਜਾਂਦੀ ਹੈ ਉਸ ਦੇ ਵਿੱਚ ਤਬਦੀਲੀਆਂ ਵੀ ਕੀਤੀਆਂ ਗਈਆਂ ਨੇ, ਤਾਂ ਉਸ ਦੇ ਵਿੱਚ ਮੂਲ ਨਿਵਾਸੀਆਂ ਦੀ ਜਾਣਕਾਰੀ ਸ਼ਾਮਲ ਹੋਰ ਜ਼ਿਆਦਾ ਕੀਤੀ ਗਈ ਹੈ। ਇਸ ਦੇ ਬਾਰੇ ਇਮੀਗ੍ਰੇਸ਼ਨ ਵਿਭਾਗ ਨੇ ਵੀ ਜਾਣਕਾਰੀ ਦਿੱਤੀ ਹੈ, ਜਿਸ ਦੇ ਵਿੱਚ ਇਹ ਹੋਵੇਗਾ ਕਿ ਜਿੰਨੇ ਵੀ ਕੈਨੇਡਾ ਦੇ ਵਿੱਚ ਨਵੇਂ ਆਉਣ ਵਾਲੇ ਨੇ ਤੇ ਉਹ ਕੈਨੇਡਾ ਦੇ ਨਾਗਰਿਕ ਬਣ ਕੇ ਸਹੁੰ ਚੁੱਕਦੇ ਨੇ, ਜਦੋਂ ਉਹਨਾਂ ਨੂੰ ਉੱਥੇ ਜਾਣਕਾਰੀ ਦੇਣ ਦੇ ਵਿੱਚ ਕਾਮਯਾਬੀ ਮਿਲੇਗੀ। ਕੁਝ ਅਜਿਹਾ ਅਧਿਕਾਰੀਆਂ ਦੇ ਵੱਲੋਂ ਕਿਹਾ ਗਿਆ ਹੈ ਕਿ ਮੂਲ ਨਿਵਾਸੀਆਂ ਦੇ ਬਾਰੇ ਉਹਨਾਂ ਨੂੰ ਪਤਾ ਲੱਗੇਗਾ ਕਿ ਕੈਨੇਡਾ ਦੇ ਵਿੱਚ ਮੂਲ ਨਿਵਾਸੀ ਨੇ ਜਿਨ੍ਹਾਂ ਦੀ ਇਹ ਧਰਤੀ ਹੈ ਤੇ ਉਹਨਾਂ ਦਾ ਧੰਨਵਾਦ ਵੀ ਕੀਤਾ ਜਾਂਦਾ ਹੈ, ਤੇ ਕੁਝ ਇਸ ਤਰ੍ਹਾਂ ਇਹ ਜਾਣਕਾਰੀ ਹੈ ਉਹ ਉਸ ਦੇ ਵਿੱਚ ਸ਼ਾਮਲ ਕੀਤੀ ਗਈ ਹੈ ਜੋ ਸਹੁੰ ਚੁੱਕੀ ਜਾਵੇਗੀ, ਜਿਸ ਦੇ ਬਾਰੇ ਇਸ ਮੌਕੇ ਕੈਨੇਡਾ ਸਰਕਾਰ ਨੇ ਦੱਸਿਆ। ਇਸ ਨਾਲ ਅਗਲੀ ਖਬਰ ਹੈ ਕਿਊਬੈਕ ਤੋਂ। ਕਿਊਬੈਕ ਦੇ ਵਿੱਚ ਸੋਮਵਾਰ ਨੂੰ ਕਾਫੀ ਭਿਆਨਕ ਤੂਫਾਨ ਆਇਆ। ਚੱਕਰਵਰਤੀ ਤੂਫਾਨ ਸੀ ਜੋ ਕਿ ਉੱਤਰੀ ਮੌਂਟਰੀਅਲ ਦੇ ਵਿੱਚ ਇਸ ਤੂਫਾਨ ਦਾ ਕਾਫੀ ਜ਼ਿਆਦਾ ਭਿਆਨਕ ਅਸਰ ਦੇਖਿਆ ਗਿਆ ਕਿ 60 ਸਾਲ ਦੇ ਕਰੀਬ ਇੱਕ ਵਿਅਕਤੀ ਉਸ ਦੀ ਮੌਤ ਹੋ ਗਈ ਹੈ, 2 ਹੋਰ ਜ਼ਖਮੀ ਵੀ ਹੋਏ ਨੇ। ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ, ਘਰਾਂ ਨੂੰ ਨੁਕਸਾਨ ਪਹੁੰਚਿਆ, ਜਿਸ ਦੇ ਬਾਰੇ ਅਧਿਕਾਰੀਆਂ ਦੇ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਸੀ। ਇਸ ਚੱਕਰਵਰਤੀ ਤੂਫਾਨ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਜਿਸ ਦੇ ਬਾਰੇ ਜਦੋਂ ਜਾਣਕਾਰੀ ਸਾਹਮਣੇ ਆਈ ਤਾਂ ਉਸ ਦੇ ਲਈ ਇਹ ਦੱਸਿਆ ਗਿਆ ਕਿ ਜੋ 60 ਸਾਲ ਦਾ ਵਿਅਕਤੀ ਸੀ ਇਸ ਤੂਫਾਨ ਦੇ ਕਰਕੇ ਹੋਏ ਨੁਕਸਾਨ ਦੇ ਕਰਕੇ ਉਸ ਦੀ ਜਾਨ ਚਲੀ ਗਈ, ਜਿਸ ਦੇ 3 ਬੱਚੇ ਨੇ। ਇਸ ਨਾਲ ਅਗਲੀ ਖਬਰ ਹੈ ਕਿ ਮੈਨੀਟੋਬਾ ਸਰਕਾਰ ਨੇ ਤਾਜ਼ਾ ਐਲਾਨ ਕੀਤਾ ਹੈ ਕਿ $2.5 ਮਿਲੀਅਨ ਦਾ ਨਿਵੇਸ਼ ਉਹਨਾਂ ਵੱਲੋਂ ਕੀਤਾ ਜਾਵੇਗਾ ਮੂਲ ਨਿਵਾਸੀਆਂ ਦੇ ਬੱਚਿਆਂ ਦੇ ਵਾਸਤੇ ਰੈਜ਼ੀਡੈਂਸ਼ੀਅਲ ਸਕੂਲਾਂ 'ਚ ਜਾਂਚ ਕਰਨ ਦੇ ਲਈ। ਦਰਅਸਲ ਜਿਵੇਂ ਕਿ ਜਾਣਕਾਰੀ ਸਾਹਮਣੇ ਆਈ ਸੀ ਜਿੱਥੇ ਕਿ 215 ਬੱਚਿਆਂ ਦੇ ਪਿੰਜਰ ਮਿਲੇ ਜੋ ਕਿ ਮੂਲ ਨਿਵਾਸੀਆਂ ਦੇ ਬੱਚੇ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚ ਸਨ। ਉਹਨਾਂ ਦੀ ਉੱਥੇ ਜਦੋਂ ਜਾਣ ਗਈ ਹੋਵੇਗੀ ਤਾਂ ਉਹਨਾਂ ਦੇ ਬਾਰੇ ਉਹਨਾਂ ਦੇ ਮਾਪਿਆਂ ਨੂੰ ਜਾਣਕਾਰੀ ਨਹੀਂ ਦਿੱਤੀ ਗਈ। ਉੱਥੇ ਹੀ ਉਹਨਾਂ ਬੱਚਿਆਂ ਨੂੰ ਦੱਬ ਦਿੱਤਾ ਗਿਆ ਤੇ ਉਹਨਾਂ ਦੇ ਪਿੰਜਰ ਨੇ ਜੋ ਹੁਣ ਜਦੋਂ ਜਾਂਚ ਕੀਤੀ ਗਈ ਤਾਂ ਮਿਲੇ ਨੇ। ਤਾਂ ਕੁਝ ਇਸੇ ਤਰ੍ਹਾਂ ਹੋਰ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚੋਂ ਵੀ ਬੱਚਿਆਂ ਦੇ ਪਿੰਜਰ ਮਿਲ ਸਕਦੇ ਨੇ, ਅਜਿਹਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸਾਰੇ ਹੀ ਰੈਜ਼ੀਡੈਂਸ਼ੀਅਲ ਸਕੂਲ ਨੇ ਜੋ ਉਹਨਾਂ ਵਿੱਚ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਤੇ ਇਸੇ ਨੂੰ ਲੈ ਕੇ ਮੈਨੀਟੋਬਾ ਦੀ ਸਰਕਾਰ ਨੇ $2.5 ਮਿਲੀਅਨ ਤੱਕ ਨਿਵੇਸ਼ ਇਸ ਦੇ ਵਾਸਤੇ ਕੀਤੇ ਜਾਣ ਦਾ ਐਲਾਨ ਕੀਤਾ ਹੈ, ਜਿੱਥੇ ਕਿ ਇਸ ਦੇ ਬਾਰੇ ਜੋ ਜਾਣਕਾਰੀ ਹੈ ਉਹ ਦੱਸੀ ਜਾਵੇਗੀ। ਇਸ ਨਾਲ ਹੀ ਅੱਗੇ ਹੈ ਕਿ ਜਿਵੇਂ ਕਿ ਮੂਲ ਨਿਵਾਸੀਆਂ ਨੂੰ ਸਮਰਪਿਤ ਅੱਜ ਖਾਸ ਦਿਨ ਸੀ, ਕੌਮੀ ਪੱਧਰ ਦੇ ਉੱਤੇ ਦਿਨ ਮਨਾਇਆ ਗਿਆ, ਮੂਲ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ। ਜਗਮੀਤ ਸਿੰਘ ਦੇ ਵੱਲੋਂ ਵੀ ਖਾਸ ਤੌਰ ਦੇ ਉੱਤੇ ਸੰਦੇਸ਼ ਜਾਰੀ ਕੀਤਾ ਗਿਆ। ਉਹਨਾਂ ਨੇ ਇਸ ਮੌਕੇ ਕੀ ਕੁਝ ਕਿਹਾ ਉਹ ਤੁਹਾਨੂੰ ਦੱਸਦੇ ਹਾਂ। Friends, I want to wish you all a very happy National Indigenous Peoples Day. This is a day for us to celebrate the culture, the heritage, the traditions and learnings of the first people of this land, First Nations, Inuit, Métis. It's an incredibly important day for us also to commit collectively to fight for justice for the first people of this land. Again, I want to wish you all a very happy National Indigenous Peoples Day. ਇਸ ਤਰ੍ਹਾਂ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਵੀ ਮੂਲ ਨਿਵਾਸੀਆਂ ਦੇ ਲਈ ਖਾਸ ਤੌਰ ਦੇ ਉੱਤੇ ਸੰਦੇਸ਼ ਜਾਰੀ ਕੀਤਾ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਹਨਾਂ ਦਾ ਧੰਨਵਾਦ ਵੀ ਕੀਤਾ ਤੇ ਨਾਲ ਹੀ ਉਹਨਾਂ ਦੇ ਬਾਰੇ ਜਿਹੜੀ ਜਾਣਕਾਰੀ ਹੈ ਤੇ ਕੈਨੇਡਾ ਵਾਸੀ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਬਾਰੇ ਜਾਣਨ, ਇਸ ਦੇ ਬਾਰੇ ਵੀ ਕਿਹਾ ਗਿਆ। ਤੇ ਨਾਲ ਹੀ ਜੋ ਇਸ ਮੌਕੇ ਰੈਜ਼ੀਡੈਂਸ਼ੀਅਲ ਸਕੂਲਾਂ ਤੋਂ ਬੱਚਿਆਂ ਦੇ ਬਾਰੇ ਇਹ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਉੱਤੇ ਦੇਸ਼ ਭਰ ਦੇ ਵਿੱਚ ਇਸ ਸਮੇਂ ਅਫਸੋਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਤਾਂ ਮੂਲ ਨਿਵਾਸੀਆਂ ਨੂੰ ਸਮਰਪਿਤ ਅੱਜ ਜੋ ਇਹ ਦਿਨ ਸੀ ਉਸ ਮੌਕੇ ਸ਼ਰਧਾਂਜਲੀ ਵੀ ਬੱਚਿਆਂ ਨੂੰ ਕਈ ਥਾਵਾਂ ਦੇ ਉੱਤੇ ਦਿੱਤੀ ਗਈ ਹੈ। ਤੇ ਅੱਜ ਟਰਾਂਸਪੋਰਟ ਮੰਤਰੀ ਉਮਰ ਅਲਗਾਬਰਾ ਦੇ ਵੱਲੋਂ ਵੀ ਸੰਦੇਸ਼ ਜਾਰੀ ਕੀਤਾ ਗਿਆ ਹੈ ਮੂਲ ਨਿਵਾਸੀਆਂ ਦੇ ਵਾਸਤੇ। ਉਹਨਾਂ ਦੇ ਵੱਲੋਂ ਕਿਹੜੀਆਂ ਗੱਲਾਂ ਕਹੀਆਂ ਗਈਆਂ ਤੁਹਾਨੂੰ ਸੁਣਾਉਂਦੇ ਹਾਂ। Hello everyone. Today marks Indigenous Peoples Day. Aujourd'hui est la journée nationale des peuples autochtones. This year, National Indigenous Peoples Day looks a lot different for many. Indigenous people across the country are grieving the loss of their loved ones while supporting survivors of residential schools who are reliving their painful and traumatic experiences. It is a somber reminder of the oppression and discrimination that Indigenous peoples have experienced for centuries. Systemic discrimination and barriers remain with us today. The recent discovery of the 215 children in Kamloops, BC is a national tragedy that should never be forgotten. To support the healing and address the lasting intergenerational harm caused by these policies, we must work in partnership with survivors and Indigenous communities to benefit future generations. Today is an opportunity for all Canadians to recognize the resilience and diverse contributions of First Nations, Inuit and Métis peoples, past and present, as well as the important role they will continue to play in building our future. Canada cannot move forward if Indigenous peoples continue to be held back. We must continue to take action. We must continue to listen to the lived experiences of many, and we must do better.
Only with our actions can we choose a better path, one of reconciliation where we stand in solidarity with Indigenous peoples. Today, on National Indigenous Peoples Day, join me in amplifying the voices of Indigenous peoples to help dismantle systemic racism, inequality, and discrimination. Let's walk the path of reconciliation together and ensure Canada is a place that truly offers safety, acceptance, and opportunity for all. ਤੇ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।